ਹਾਂ ਦੋਸਤੋ, ਸਾਡੇ ਗੁਆਂਢੀ ਮੁਲਕ ਇੰਡੀਆ ਦੇ ਵਿੱਚ ਜਿਹੜੇ ਇਲੈਕਸ਼ਨਸ ਨੇ, ਉਹਨਾਂ ਦਾ ਪਹਿਲਾ ਮਰਹਲਾ ਮੁਕੰਮਲ ਹੋ ਗਿਆ ਸਰ। ਔਰ ਇਹ ਮਰਹਲਾ ਜਿਹੜਾ ਸੀ 16 ਮਾਰਚ ਨੂੰ ਸ਼ੁਰੂ ਹੋਇਆ ਅਤੇ ਕੱਲ੍ਹ ਰਾਤੀ ਉਹ ਖ਼ਤਮ ਹੋਇਆ। ਔਰ ਇਹ ਖ਼ਤਮ ਹੁੰਦੇ ਨਾਲ ਹੀ ਜਿਹੜੇ ਐਗਜ਼ਿਟ ਪੋਲ ਨੇ ਉਹਨਾਂ ਦੇ ਨਤੀਜੇ ਆਉਣਾ ਸ਼ੁਰੂ ਹੋ ਗਏ। ਐਗਜ਼ਿਟ ਪੋਲ ਕੀ ਹੁੰਦਾ? ਐਗਜ਼ਿਟ ਪੋਲ ਇੱਕ ਅੰਦਾਜ਼ਾ ਹੁੰਦਾ ਕਿ ਇਲੈਕਸ਼ਨਸ ਦੇ ਵਿੱਚ ਕਿਹੜੀ ਜਮਾਤ ਜਿੱਤ ਰਹੀ। ਔਰ ਇਹ ਪੂਰਾ ਅਮਲ ਥੋੜ੍ਹਾ ਜਿਹਾ ਸਾਇੰਟੀਫਿਕ ਵੀ ਹੁੰਦਾ, ਕੁਝ ਇਹਦੇ 'ਚ ਅੰਦਾਜ਼ੇ ਵੀ ਹੁੰਦੇ ਨੇ। ਮਤਲਬ ਆਮ ਤੌਰ 'ਤੇ ਮਾਹਿਰੀਨ ਇਹ ਕਹਿੰਦੇ ਨੇ ਕਿ ਐਗਜ਼ਿਟ ਪੋਲ ਇਹ ਵੇ ਕਿ ਫਰਜ਼ ਕੀਤਾ ਐਗਜ਼ਿਟ ਪੋਲ ਦੀ ਕੰਪਨੀ ਦਾ ਕੋਈ ਇੱਕ ਬੰਦਾ ਪੋਲਿੰਗ ਸਟੇਸ਼ਨ 'ਤੇ ਖੜ੍ਹਾ ਹੋ ਜਾਂਦਾ, ਹਰ 10ਵੇਂ ਬੰਦੇ ਕੋਲੋਂ ਪੁੱਛੇਗਾ ਕਿ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਦਿੱਤਾ ਔਰ ਤੁਸੀਂ ਕਿਹੜੇ ਬੰਦੇ ਨੂੰ ਸਮਝਦੇ ਜੇ ਵਜ਼ੀਰ ਆਜ਼ਮ ਬਣੇਗਾ ਜਾਂ ਮੁਲਕ ਦੀਆਂ ਪਾਲਿਸੀਆਂ ਕੀ ਹੋ ਸਕਦੀਆਂ। ਅੱਛਾ, ਇਹ ਮੁਖਤਲਿਫ ਮੁਲਕ ਪੂਰੇ ਦੇ ਵਿੱਚ ਮੁਖਤਲਿਫ ਹਿੱਸਿਆਂ ਦੇ ਵਿੱਚ ਲੋਕ ਚੂੰਕਿ ਖੜ੍ਹੇ ਕੀਤੇ ਹੁੰਦੇ ਨੇ, ਮੁਖਤਲਿਫ ਮੀਡੀਆ ਹਾਊਸਿਸ ਨੇ, ਕੰਪਨੀਜ਼ ਨੇ, ਸਰਵੇ ਕੰਪਨੀਜ਼ ਨੇ। ਅਤੇ ਫਿਰ ਇਹ ਜਦੋਂ ਇਲੈਕਸ਼ਨ ਦਾ ਮਰਹਲਾ ਮੁਕੰਮਲ ਹੁੰਦਾ ਵੋਟਿੰਗ ਦਾ, ਅਤੇ ਉਸ ਤੋਂ ਬਾਅਦ ਇਹ ਫੌਰੀ ਤੌਰ 'ਤੇ ਆਪਣੇ ਅੰਦਾਜ਼ੇ ਦੇ ਜਿਹੜੇ ਤਖਮੀਨੇ ਨੇ ਉਹ ਦੇਣਾ ਸ਼ੁਰੂ ਹੋ ਜਾਂਦੇ ਨੇ। ਅਤੇ ਇਹਦੇ ਨਾਲ ਹਤਮੀ ਜਿਹੜੇ ਨਤਾਇਜ ਹੁੰਦੇ ਨੇ ਗਵਰਨਮੈਂਟ ਵੱਲੋਂ, ਉਹਦੇ ਤੋਂ ਪਹਿਲੇ ਹੀ ਇੱਕ ਫਜ਼ਾ ਜਿਹੀ ਬਣ ਜਾਂਦੀ ਹੈ ਔਰ ਅੰਦਾਜ਼ਾ ਲੋਕਾਂ ਨੂੰ ਹੋ ਜਾਂਦਾ ਕਿ ਕਿਹੜੀ ਜਮਾਤ ਜਿਹੜੀ ਉਹ ਜਿੱਤਣ ਡਈ। ਅਤੇ 18ਵੀਂ ਲੋਕ ਸਭਾ ਦੇ ਇਲੈਕਸ਼ਨ ਨੇ ਔਰ ਇਹਦੇ ਵਿੱਚ ਜਿਹੜੀਆਂ ਸੀਟਾਂ ਨੇ 543 ਸੀਟਾਂ ਨੇ, ਇਹਦੇ ਵਾਸਤੇ ਇਲੈਕਸ਼ਨ ਹੋਇਆ। ਔਰ ਇਹ ਪਾਕਿਸਤਾਨ ਦੇ ਵਿੱਚ ਤਾਂ ਇੰਨੀ ਸ਼ਰ੍ਹਾਂ ਨਾਲ ਵੋਟਿੰਗ ਨਹੀਂ ਹੁੰਦੀ ਜਿਹੜੀ ਦੱਸੀ ਗਈ ਕਿ ਇੰਡੀਆ ਦੇ ਵਿੱਚ 59.45 ਯਾਨੀ 59.45% ਇਹ ਉੱਥੇ ਵੋਟਿੰਗ ਹੋਈ। ਔਰ ਇਹਦੇ ਵਿੱਚ ਜਿਹੜੇ ਅੰਦਾਜ਼ੇ ਹੋ ਰਹੇ ਨੇ ਉਹ ਐਗਜ਼ਿਟ ਪੋਲ ਦੱਸਣ ਰਹੇ ਨੇ ਕਿ BJP ਦਾ ਜਿਹੜਾ ਇਤਿਹਾਦ ਹੈ NDA ਉਹ ਜਿੱਤ ਰਿਹਾ। ਔਰ ਇਸ ਦਫਾ ਅਸੀਂ ਵੇਖਦੇ ਰਹੇ ਹਾਂ ਇਲੈਕਸ਼ਨ ਮੁਹਿੰਮ ਦੇ ਦੌਰਾਨ ਜਿਹੜੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਅਤੇ ਔਰ ਉਹਨਾਂ ਦੀ ਪਾਰਟੀ, ਉਹਨਾਂ ਨੇ ਇੱਕ ਨਾਅਰਾ ਲਾਇਆ ਕਿ ਇਸ ਵਾਰ 400 ਪਾਰ, ਯਾਨੀ ਇਸ ਇਲੈਕਸ਼ਨ ਦੇ ਵਿੱਚ ਅਸੀਂ 400 ਤੋਂ ਜ਼ਿਆਦਾ ਜਿਹੜੀਆਂ ਨਸ਼ਿਸਤਾਂ ਨੇ ਉਹ ਹਾਸਲ ਕਰਾਂਗੇ। ਇਹ ਉਹਨਾਂ ਦਾ ਐਤਮਾਦ ਸੀ, ਕੌਨਫੀਡੈਂਸ ਉਹਨਾਂ ਦਾ ਹੈਗਾ ਸੀ ਆਪਣੀ ਸਿਆਸਤ ਦੇ ਉੱਤੇ। ਜੋ ਵੀ ਉਹਨਾਂ ਨੇ ਆਪਣੀ ਨੀਤੀ ਜਿਹੜੀ ਸੀ, ਰਣਨੀਤੀ, ਉਹਦੇ ਮੁਤਾਬਕ ਅੱਗੇ ਵਧੇ ਅਤੇ ਉਹਨਾਂ ਨੂੰ ਲੱਗਾ ਕਿ ਪਿਛਲੇ ਦੋਵਾਂ ਇਲੈਕਸ਼ਨਾਂ ਦੇ ਵਿੱਚ ਬਤਦਰੀਜ ਯਾਨੀ ਹਰ ਵਾਰ ਉਹਨਾਂ ਨੇ ਪਹਿਲੇ ਨਾਲੋਂ ਜ਼ਿਆਦਾ ਸੀਟਾਂ ਲਈਆਂ ਅਤੇ ਇਸ ਦਫਾ ਉਹਨਾਂ ਨੂੰ ਲੱਗਾ ਕਿ ਉਹ ਪਹਿਲੀਆਂ ਦੋਵਾਂ ਵਾਰੀਆਂ ਨਾਲੋਂ ਵੀ ਜ਼ਿਆਦਾ ਨਸ਼ਿਸਤਾਂ ਲੈਣਗੇ। ਅਸੀਂ ਇਹਦੇ 'ਤੇ ਗੱਲ ਇੱਕ ਕਰਾਂਗੇ ਕਿ ਉਹ ਮੁੰਤਖਬ ਹੋ ਕੇ ਨਰਿੰਦਰ ਮੋਦੀ ਜੀ ਮੁੰਤਖਬ ਹੋ ਕੇ ਕੀ ਕਰ ਸਕਦੇ ਨੇ ਜਾਂ ਕੀ ਕਰਨਗੇ। ਲੇਕਿਨ ਉਸ ਤੋਂ ਪਹਿਲੇ 2-4 ਗੱਲਾਂ ਹੋਰ ਵੀ ਨੇ ਜਿਹੜੀ ਅੰਦਾਜ਼ੇ ਦੇ ਮੁਤਾਬਕ ਲੋਕ ਗੱਲਾਂ ਕਰ ਰਹੇ। ਅਤੇ BJP ਦੇ ਜਿਹੜੇ ਸਦਰ ਨੇ JP ਨੱਡਾ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਜਮਾਤ ਨੂੰ 370 ਨਸ਼ਿਸਤਾਂ ਮਿਲਣਗੀਆਂ। ਅਤੇ ਜੇ ਇਤਿਹਾਦ ਪੂਰੇ ਦੀ ਗੱਲ ਕਰੀਏ, ਜਿਹੜੇ ਇਤਿਹਾਦ ਦੇ ਵਿੱਚ BJP ਇਲੈਕਸ਼ਨ ਲੜਿਆ ਅਤੇ ਉਹਨਾਂ ਦਾ ਖਿਆਲ ਹੈ ਕਿ ਫਿਰ ਪੂਰੇ ਇਤਿਹਾਦ ਨੂੰ 400 ਦੇ ਲਗਭਗ ਵੋਟ ਨਸ਼ਿਸਤਾਂ ਮਿਲ ਜਾਣਗੀਆਂ। ਅਤੇ ਕਾਂਗਰਸ ਦੇ ਜਿਹੜੇ ਸਦਰ ਨੇ ਮਲਕਾਰਜਨ ਖੁਰਗੇ, ਉਹਨਾਂ ਨੇ ਕਿਹਾ ਕਿ 295 ਨਸ਼ਿਸਤਾਂ ਸਾਨੂੰ ਮਿਲਣਗੀਆਂ। ਅਤੇ ਪਿਛਲੀ ਵਾਰ ਜਿਹੜੇ BJP ਦੀਆਂ ਸੀਟਾਂ ਸਨ ਉਹ 353 ਨਸ਼ਿਸਤਾਂ ਸਨ, ਕਾਫੀ ਤਾਦਾਦ ਸੀ ਪਿਛਲੀ ਦਫਾ ਵੀ। ਔਰ ਇਸੇ ਵਾਸਤੇ ਹੀ ਉਹਨਾਂ ਨੇ ਕਸ਼ਮੀਰ ਦੀ ਜਿਹੜੀ ਆਇਨ ਦੇ ਵਿੱਚ ਖਸੂਸੀ ਹਸੀਅਤ ਸੀ ਉਹਨੂੰ ਕੱਢਿਆ, ਕਿਉਂਕਿ ਉਹਨਾਂ ਕੋਲ ਤਾਦਾਦ ਜ਼ਿਆਦਾ ਸੀ, ਨਸ਼ਿਸਤਾਂ ਜ਼ਿਆਦਾ ਸੀ, ਫੈਸਲੇ ਕਰ ਸਕਦੇ ਸੀ ਬਾਕੀ ਜਮਾਤਾਂ ਦੀ ਮੁਖਾਲਫਤ ਦੇ ਬਾਵਜੂਦ। ਅਤੇ ਇਸ ਦਫਾ ਜਿਹੜੀ ਅਗਰ ਉਹ 400 ਦੇ ਕਰੀਬ ਉਹਨਾਂ ਦੇ ਇਤਿਹਾਦ ਨੂੰ ਸੀਟਾਂ ਮਿਲਦੀਆਂ ਨੇ ਅਤੇ ਅੰਦਾਜ਼ਾ ਕੀਤਾ ਜਾ ਰਿਹਾ ਕਿ ਕੀ ਹੋ ਸਕਦਾ। ਅਤੇ ਇਹ ਕੀ ਜੋ ਹੋ ਸਕਦਾ ਉਹਦੇ ਉੱਤੇ ਅਸੀਂ ਗੱਲ ਕਰਨੇ ਹਾਂ। ਅਤੇ ਪਹਿਲੇ ਅਸੀਂ ਇਹ ਗੱਲ ਕਰਨੇ ਕਿ ਇਹ ਜਿਹੜਾ ਸਰਵੇ ਨੇ ਜਾਂ ਐਗਜ਼ਿਟ ਪੋਲ ਨੇ, ਇਹਦੇ ਵਿੱਚ ਕਿਹੜੀਆਂ ਕੰਪਨੀਆਂ, ਕਿਹੜੇ ਇਦਾਰੇ ਨੇ ਜਿਨ੍ਹਾਂ ਨੇ ਇਹ ਦਿੱਤਾ ਪੇਸ਼ਨਗੋਈ ਕੀਤੀ ਹੈ ਕਿ BJP 2/3 ਤੋਂ ਜ਼ਿਆਦਾ ਅਕਸਰੀਅਤ ਦੇ ਨਾਲ ਜਿੱਤ ਰਹੀ। ਇਹ ABP, ਸੀ ਵੋਟਰ, ਇਹ ਵੇ ਇਹਨਾਂ ਦਾ ਖਿਆਲ ਹੈ ਕਿ NDA ਜਿਹੜਾ ਹੈ ਯਾਨੀ BJP ਵਾਲਾ ਇਤਿਹਾਦ ਉਹ 353 ਤੋਂ ਲੈ ਕੇ 383 ਤੱਕ ਸੀਟਾਂ ਲਿਜਾ ਸਕਦਾ ਹੈ। ਅਤੇ ਇੰਡੀਆ ਇਤਿਹਾਦ ਜਿਹਦੇ ਵਿੱਚ ਕਾਂਗਰਸ ਸ਼ਾਮਲ ਹੈ, ਉਹਨਾਂ ਨੂੰ ਮਿਲਣਗੀਆਂ 152 ਤੋਂ ਲੈ ਕੇ 182 ਤੱਕ ਸੀਟਾਂ। ਇਹ ਜੇ ਨਿਊਜ਼ 24 ਟੂਡੇਜ਼ ਚਾਂਕੀਆ ਜਿਹੜਾ ਇਹਨਾਂ ਦਾ ਖਿਆਲ ਹੈ ਕਿ NDA ਨੂੰ 400 ਸੀਟਾਂ ਮਿਲਣਗੀਆਂ
ਤੇ ਜਿਹਦੇ ਵਿੱਚ ਬੀਜੇਪੀ ਇਕੱਲੀ ਨੂੰ 335 ਨਸ਼ਿਸਤਾਂ ਮਿਲ ਸਕਦੀਆਂ ਤੇ ਕਾਂਗਰਸ ਦੀਆਂ ਜਿਹੜੀਆਂ ਸੀਟਾਂ ਨੇ ਉਹ ਉਹਨਾਂ ਦਾ ਖਿਆਲ ਹੈ ਕਿ 50 ਮਿਲਣਗੀਆਂ ਉਹਨਾਂ ਨੂੰ। ਇੰਡੀਆ ਟੂਡੇ ਜਿਹੜਾ ਉਹਦਾ ਖਿਆਲ ਹੈ ਕਿ ਐਨਡੀਏ ਨੂੰ 371 ਤੋਂ ਲੈ ਕੇ 401 ਤੱਕ ਸੀਟਾਂ ਮਿਲਣਗੀਆਂ ਤੇ ਕਾਂਗਰਸ ਨੂੰ 109 ਤੋਂ ਲੈ ਕੇ 139 ਤੱਕ ਮਿਲ ਸਕਦੀਆਂ। ਹੋਰ ਵੀ ਜਿਹੜੇ ਉੱਥੋਂ ਦੇ ਨਿਊਜ਼ਪੇਪਰ ਨੇ, ਜਿਹੜੇ ਟੀਵੀ ਚੈਨਲਸ ਨੇ, ਜਿਹੜੇ ਇੰਡੀਪੈਂਡੈਂਟ ਸਰਵੇ ਦੇ ਇਦਾਰੇ ਨੇ, ਉਹਨਾਂ ਨੇ ਵੀ ਕੁਝ ਇਹਦੇ ਨਾਲ ਰਲਦੇ ਮਿਲਦੇ ਹੀ ਐਗਜ਼ਿਟ ਪੋਲ ਜਿਹੜੇ ਨੇ ਉਹ ਦਿੱਤੇ ਨੇ। ਤੇ ਗੱਲ ਇਹ ਹੋ ਰਹੀ ਸੀ ਕਿ ਇਸ ਦਫਾ ਜੇ ਮੋਦੀ ਜੀ ਜਿੱਤਦੇ ਨੇ ਤੇ ਜ਼ਾਹਿਰ ਹੈ ਤੀਸਰੀ ਦਫਾ ਵਜ਼ੀਰ ਆਜ਼ਮ ਬਣਨਗੇ ਔਰ ਇੱਕ ਬੜੀ ਇੱਕ ਮਿਸਾਲ ਪੈਦਾ ਹੋਵੇਗੀ ਇੰਡੀਆ ਵਾਸਤੇ ਤਾਂ ਕਿ ਤੀਸਰੀ ਦਫਾ ਇੱਕ ਪਪੂਲਰ ਲੀਡਰ ਜਿਹੜਾ ਔਰ ਉਹ ਲੀਡਰ ਜਿਹੜਾ ਕ੍ਰੈਡਿਟ ਲੈ ਰਿਹਾ ਵੇ ਅੱਗੇ ਇੰਡੀਆ ਨੂੰ ਲਿਜਾਣ ਦਾ, ਤੇ ਉਹ ਕੀ ਕਰ ਸਕਦੇ ਨੇ। ਤੇ ਉਹਦੇ ਵਿੱਚ ਉਹਨਾਂ ਦੇ ਮੁਖਾਲਫੀਨ ਦਾ ਵੀ ਇਹਦੇ ਵਿੱਚ ਕੁਝ ਰਾਏ ਸ਼ਾਮਿਲ ਹੈ ਤੇ ਉਹਨਾਂ ਦੇ ਜਿਹੜੇ ਹਾਮੀ ਨੇ ਉਹਨਾਂ ਦੀ ਰਾਏ ਵੀ ਸ਼ਾਮਿਲ ਹੈਗੀ ਤੇ ਇਹ ਸਾਰੀ ਮਿਲ ਕੇ ਉਹਨਾਂ ਦੇ ਪ੍ਰੋਗਰਾਮ ਦਾ ਦੱਸੇਗੀ ਕਿ ਉਹ ਕੀ ਕਰਨਾ ਚਾਹੁੰਦੇ ਨੇ, ਕੀ ਹੋਏ। ਤੇ ਸਭ ਤੋਂ ਪਹਿਲੇ ਚੂੰਕਿ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੂੰ ਦਿਲਚਸਪੀ ਹੈ ਕਸ਼ਮੀਰ ਦੇ ਮਾਮਲੇ ਤੋਂ, ਤੇ ਇਹ ਖਿਆਲ ਕੀਤਾ ਜਾ ਰਿਹਾ ਕਿ ਕਸ਼ਮੀਰ ਦੇ ਮਾਮਲੇ ਦੇ ਵਿੱਚ ਉਹ ਮਜ਼ੀਦ ਸਖਤੀ ਕਰਨਗੇ ਔਰ ਉੱਥੇ ਜਿਹੜੀ ਗੈਰ ਮੁਲਕੀ ਇਨਵੈਸਟਮੈਂਟ ਹੈਗੀ ਹੈ ਉਹਦੇ ਪ੍ਰੋਜੈਕਟ ਜਿਹੜੇ ਰੁਕੇ ਹੋਏ ਨੇ ਉਹ ਉਹਦੇ ਉੱਤੇ ਅਮਲ ਦਰਾਮਦ ਕਰਾਉਣਗੇ ਔਰ ਕਸ਼ਮੀਰ ਦੇ ਵਿੱਚ ਜਿਹੜਾ ਇਨਵੈਸਟਮੈਂਟ ਲਿਆ ਕੇ ਉੱਥੋਂ ਦੀ ਆਬਾਦੀ ਦਾ ਤਨਾਸਬ ਤਬਦੀਲ ਕਰਕੇ ਉਹ ਆਪਣੇ ਹੱਕ ਦੇ ਵਿੱਚ ਇਹਨੂੰ ਜਾਂ ਆਪਣੇ ਏਜੰਡੇ ਦੇ ਮੁਤਾਬਕ ਕਸ਼ਮੀਰ ਦਾ ਜਿਹੜਾ ਮਾਮਲਾ ਉਹਨੂੰ ਲਿਜਾਣ ਦੀ ਕੋਸ਼ਿਸ਼ ਕਰਨਗੇ। ਇੱਕ ਜਿਹੜੀ ਗੱਲ ਇਹ ਕੀਤੀ ਜਾ ਰਹੀ ਕਿ ਇਹ ਆਈਟੀ ਦੇ ਉੱਤੇ ਜਿਹੜੇ ਟੈਕਸਿਸ ਨੇ ਉਹਨਾਂ ਨੂੰ ਘਟਾ ਸਕਦੇ ਨੇ, ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਕਮੀ ਦਾ ਉਹ ਸੋਚ ਰਹੇ ਨੇ, ਫਿਰ GST ਦੇ ਵਿੱਚ ਰਿਫਾਰਮਸ ਦਾ ਕੁਝ ਇਹ ਵੀ ਸੋਚਿਆ ਜਾ ਰਿਹਾ। ਇੰਡੀਆ ਦੇ ਵਿੱਚ ਇੱਕ ਗੱਲ ਇਹ ਵੀ ਵੇਖੀ ਜਾ ਰਹੀ ਹੈ ਕਿ ਇਸ ਦਫਾ ਕਿਤੇ ਇਹ ਤਾਂ ਨਹੀਂ ਹੈਗਾ ਕਿ ਜਿਸ ਤਰ੍ਹਾਂ ਮੁਸਲਸਲ ਉਹਨਾਂ ਨੇ ਤਨਕੀਦ ਕੀਤੀ ਔਰ ਸੈਕੂਲਰ ਫੋਰਸਿਸ ਜਿਹੜੀਆਂ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਮੁਕਾਬਲਾ ਟੱਕਰ ਦਿੱਤੀ, ਤੇ ਲੋਕ ਅੰਦਾਜ਼ਾ ਕਰ ਰਹੇ ਨੇ ਕਿ ਹੋ ਸਕਦਾ ਹੈ ਕਿ ਇਸ ਦਫਾ ਜੇ ਉਹਨਾਂ ਨੂੰ ਇੰਨੀ ਵੱਡੀ ਤਾਦਾਦ ਦੇ ਵਿੱਚ ਨਸ਼ਿਸਤਾਂ ਮਿਲ ਜਾਣ ਤੇ ਫਿਰ ਉਹ ਇੰਡੀਆ ਨੂੰ ਸੈਕੂਲਰ ਇੰਡੀਆ ਦੀ ਬਜਾਏ ਇੱਕ ਹਿੰਦੂ ਰਾਸ਼ਟਰਾ ਉਹ ਡਿਕਲੇਅਰ ਕਰ ਦੇਣ, ਯਾਨੀ ਹਿੰਦੂ ਸਟੇਟ ਡਿਕਲੇਅਰ ਕਰ ਦੇਣ, ਇੰਡੀਆ ਸੈਕੂਲਰ ਤੋਂ ਇੱਕ ਹਿੰਦੂ ਮਤ ਦਾ ਮੁਲਕ ਬਣ ਜਾਵੇ ਕਾਨੂੰਨੀ ਔਰ ਆਇਨੀ ਤੌਰ 'ਤੇ। ਤੇ ਇਹ ਅਗਰ ਹੁੰਦਾ ਹੈ ਤੇ ਫਿਰ ਉੱਥੇ ਸਵਾਲ ਪੈਦਾ ਹੋਏਗਾ ਕਿ ਅਕਲੀਤਾਂ ਜਿਹੜੀਆਂ ਨੇ ਉਹਨਾਂ ਦਾ ਸਟੇਟਸ ਕੀ ਰਹਿੰਦਾ ਵੇ। ਆਲਰੇਡੀ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਇੰਡੀਆ ਦੇ ਵਿੱਚ ਹਿਊਮਨ ਰਾਈਟਸ ਦੀ ਵਾਇਲੇਸ਼ਨਸ ਨੇ ਉਹਦੇ ਉੱਤੇ ਗੱਲ ਹੋ ਰਹੀ। ਅਮਰੀਕਾ ਸਰਕਾਰੀ ਸਤ੍ਹਾ ਦੇ ਉੱਤੇ ਉਹਨਾਂ ਦੇ ਇਦਾਰੇ ਇਹ ਗੱਲ ਕਰ ਰਹੇ ਨੇ ਕਿ ਇੰਡੀਆ ਦੇ ਵਿੱਚ ਵਾਇਲੇਸ਼ਨ ਹੋ ਰਹੀ ਹੈ। ਅਕਵਾਮ ਮੁਤਹਿਦਾ, ਯੂਰਪੀ ਯੂਨੀਅਨ, ਉਹਦੀ ਇਨਸਾਨੀ ਹਕੂਕ ਦੇ ਜਿਹੜੇ ਇਦਾਰੇ ਨੇ ਉਹ ਸਾਰੇ ਗੱਲ ਕਰਨ ਡਏ। ਤੇ ਅਗਰ ਇੰਡੀਆ ਹਿੰਦੂ ਰਾਸ਼ਟਰਾ ਬਣ ਜਾਂਦਾ ਹੈ ਤੇ ਫਿਰ ਉੱਥੇ ਜਿਹੜੀ ਅਕਲੀਅਤਾਂ ਨੇ ਉਹਨਾਂ ਦਾ ਜਿਹੜਾ ਰਹਿਣ ਸਹਿਣ ਉਹਦੇ ਉੱਤੇ ਕੀ ਫਰਕ ਪਏਗਾ, ਉਹਨਾਂ ਦੇ ਰਾਈਟਸ ਦੇ ਉੱਤੇ ਕੀ ਫਰਕ ਪਏਗਾ, ਤੇ ਸਿਆਸਤ ਦੇ ਵਿੱਚ ਉਹਨਾਂ ਦਾ ਅਮਲ ਦਖਲ ਜਿਹੜਾ ਹੈਗਾ ਉਹ ਕਿੰਨਾ ਰਹਿ ਜਾਂਦਾ ਹੈ। ਤੇ ਇਹਦੇ ਉੱਤੇ ਚਰਚਾ ਹੋ ਰਹੀ ਉੱਥੇ ਨਾਲ ਦੇ ਕਿ ਇੱਕ ਹੋਰ ਗੱਲ ਜਿਹੜੀ ਉਹ ਇਹ ਵੀ ਹੋ ਰਹੀ ਕਿ ਬੀਜੇਪੀ ਨੇ ਆਮ ਤੌਰ 'ਤੇ ਜਿਹੜੇ ਵੱਡੀ ਕਾਰਪੋਰੇਸ਼ਨਸ ਨੇ, ਜਿਹੜੇ ਕਾਰੋਬਾਰੀ ਇਦਾਰੇ ਨੇ, ਜਿਹੜੀ ਫੈਮਲੀਜ਼ ਨੇ ਉਹਨਾਂ ਨੂੰ ਅੰਗੇਜ ਕੀਤਾ ਤੇ ਉਹਨਾਂ ਦੀ ਇਨਵੈਸਟਮੈਂਟ ਜਿਹੜੀ ਹੈ ਬੈਨ ਅਲ-ਅਕਾਮੀ ਸਤ੍ਹਾ ਦੇ ਉੱਤੇ ਜਿਹੜੇ ਮੁਲਕਾਂ ਦੇ ਨਾਲ ਇੰਡੀਆ ਤਾਲੁਕਾਤ ਵਧਾਉਣਾ ਚਾਹੁੰਦਾ ਹੈ ਉਹਨਾਂ ਮੁਲਕਾਂ ਦੇ ਨਾਲ ਕਰਵਾਈ। ਫਿਰ ਜਿਹੜੇ ਕਨਫਲਿਕਟ ਜ਼ੋਨ ਨੇ ਕਸ਼ਮੀਰ ਵਰਗੇ ਉੱਥੇ ਉਹਨਾਂ ਦੀ ਇਨਵੈਸਟਮੈਂਟ ਦੀ ਕਰਵਾਈ ਜਾ ਰਹੀ ਔਰ ਕਈ ਦਫਾ ਉਹਨਾਂ ਨੂੰ ਐਸੀ ਜਿਹੜੀ ਅਨਡਿਊ ਕੁਝ ਦੇ ਕੇ ਰਿਆਇਤਾਂ ਤੇ ਉਹਨਾਂ ਕੋਲੋਂ ਕੰਮ ਵੀ ਲਿੱਤਾ ਗਿਆ। ਔਰ ਹੁਣ ਇਹ ਸੋਚਿਆ ਜਾ ਰਿਹਾ ਹੈ, ਸੋਚਿਆ ਕੀ ਜਾ ਰਿਹਾ ਬਲਕਿ ਲੋਕਾਂ ਦਾ ਇਹ ਤਜਜ਼ੀਆ ਵੀ ਉੱਥੇ ਇੰਡੀਆ ਦੇ ਵਿੱਚ ਜਿਹੜੇ ਕੁਝ ਦੋਸਤਾਂ ਨਾਲ ਮੇਰੀ ਗੱਲ ਹੁੰਦੀ ਕਿ ਬੀਜੇਪੀ ਅਗਰ ਇਸ ਦਫਾ ਜਿੱਤਦੀ ਵੱਡੀ ਤਾਦਾਦ ਦੇ ਵਿੱਚ ਤੇ ਫਿਰ ਉਹ ਆਪਣੇ ਮੁਖਾਲਫ ਜਿਹੜੇ ਕਾਰੋਬਾਰੀ ਗਰੁੱਪ ਨੇ ਉਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰ ਸਕਦੀ, ਕੋਈ ਜ਼ਾਬਤਿਆਂ ਦੇ ਹਵਾਲੇ ਨਾਲ ਆੜ ਦੇ ਵਿੱਚ। ਤੇ ਇਹ ਇੱਕ ਇੰਤਕਾਮੀ ਸਿਲਸਿਲਾ ਜਿਹੜਾ ਇਹ ਪਹਿਲੇ ਨਾਲੋਂ ਜ਼ਿਆਦਾ ਸਾਨੂੰ ਉੱਥੇ ਨਜ਼ਰ ਆ ਸਕਦਾ। ਤੇ ਇਹਨਾਂ ਦੀ ਜਿੱਤ ਨੂੰ ਉੱਥੋਂ ਦੇ ਜਿਹੜੇ ਸਰਮਾਇਆਕਾਰ ਹਲਕੇ ਨੇ ਉਹ ਕਿਸ ਤਰ੍ਹਾਂ ਦੇਖਦੇ ਨੇ, ਇਹਦਾ ਅੰਦਾਜ਼ਾ ਇਸ ਤਰ੍ਹਾਂ ਕੀਤਾ ਜਾ ਸਕਦਾ ਕਿ ਐਗਜ਼ਿਟ ਪੋਲ ਆਉਣ ਤੋਂ ਫੌਰਨ ਬਾਅਦ ਜਿਹੜੇ ਸਟਾਕ ਮਾਰਕੀਟ ਹੈ ਇੰਡੀਆ ਦੀ ਉਹ ਉੱਤੇ ਚਲੀ ਗਈ, ਉਹਨਾਂ ਦਾ ਜਿਹੜਾ ਇੰਡੀਅਨ ਰੁਪੀ ਉਹਦੀ ਵੈਲਿਊ ਮੁਸਤਹਿਕਮ ਹੋਈ ਹੈ
ਔਰ ਜਿਹੜੇ ਬਾਂਡਸ ਨੇ ਉਹਨਾਂ ਦੀ ਵੈਲਿਊ ਬਿਹਤਰ ਹੋਈ। ਤੇ ਇਹ ਇੱਕ ਸਿਆਸੀ ਔਰ ਮਾਸ਼ੀ ਹਵਾਲੇ ਨਾਲ ਅਸੀਂ ਵੇਖਦੇ ਹਾਂ ਕਿ ਇੰਡੀਆ ਦੇ ਵਿੱਚ ਇਸ ਨਤੀਜੇ ਦਾ ਕੀ ਅਸਰ ਹੋ ਸਕਦਾ ਹੈ। ਲੇਕਿਨ ਹਮਸਾਇਆ ਮਮਾਲਿਕ ਦੇ ਨਾਲ ਤਾਲੁਕਾਤ ਇਹ ਬੁਨਿਆਦੀ ਕਿਰਦਾਰ ਇਹਦੀ ਸ਼ੇਪ ਕਰਨਗੇ ਸਿਆਸਤ ਦੀ। ਅਤੇ ਉਹਦੇ ਵਿੱਚ ਪਾਕਿਸਤਾਨ ਨਾਲ ਤਾਲੁਕਾਤ ਬਿਹਤਰ ਹੋਣ ਦੀ ਉਮੀਦ ਸਾਨੂੰ ਨਜ਼ਰ ਨਹੀਂ ਆਉਂਦੀ। ਔਰ ਇਸੇ ਤਰ੍ਹਾਂ ਹੀ ਜਿਹੜੇ ਚੀਨ ਹੈ ਉਹਦੇ ਨਾਲ ਤਾਲੁਕਾਤ ਸਿਆਸੀ ਤਾਲੁਕਾਤ ਬਿਹਤਰ ਹੋਣ ਦੀ ਉਮੀਦ ਘੱਟ ਹੈਗੀ। ਅਤੇ ਅਗਰ ਇੰਡੀਆ ਉਹ ਤਜਾਰਤ ਦੇ ਨਾਲ ਨਾਲ ਕੋਸ਼ਿਸ਼ ਇਹ ਕਰਦਾ ਹੈ ਕਿ ਪਾਕਿਸਤਾਨ ਦੇ ਨਾਲ ਤਾਲੁਕਾਤ ਬਿਹਤਰ ਹੋ ਜਾਣ ਅਤੇ ਫਿਰ ਅਸੀਂ ਸਮਝ ਸਕਦੇ ਹਾਂ ਕਿ ਇੱਕ ਨਵੀਂ ਸਿਆਸਤ ਸ਼ੁਰੂ ਹੋਵੇਗੀ। ਅਤੇ ਨਵੀਂ ਸਿਆਸਤ BJP ਨੂੰ ਜਾਂ ਨਰਿੰਦਰ ਮੋਦੀ ਜੀ ਨੂੰ ਵਾਰਾ ਖਾਂਦੀ, ਇਹ ਇੱਕ ਸਵਾਲ ਹੈਗਾ ਵੇ। ਅਤੇ ਉਹ ਅਗਰ ਨਵੀਂ ਸਿਆਸਤ ਕਰਦੇ ਨੇ ਤਾਂ ਕਿੰਨੀ ਕੁ ਉਹਨਾਂ ਕੋਲ ਗੁੰਜਾਇਸ਼ ਮੌਜੂਦ ਹੈ ਅਤੇ ਕਿਹੜੀ ਫੋਰਸਿਸ ਐਸੀਆਂ ਹੈਗੀਆਂ ਨੇ ਜਿਹੜੀਆਂ ਉਹਨਾਂ ਨੂੰ ਇਹ ਕਹਿ ਸਕਦੀਆਂ ਨੇ ਕਿ ਤੁਸੀਂ ਹੁਣ ਜਿਹੜੀ ਟੱਕਰ ਦੀ, ਟਕਰਾਓ ਦੀ, ਕਨਫਲਿਕਟ ਦੀ ਸਿਆਸਤ ਛੱਡ ਕੇ ਇੱਕ ਆਲਮੀ ਲੀਡਰ ਜੇ ਤੁਸੀਂ, ਰੀਜਨ ਦੇ ਲੀਡਰ ਜੇ, ਅਤੇ ਉਸ ਹਵਾਲੇ ਨਾਲ ਆਪਣੀ ਪੋਲਿਸੀ ਨੂੰ ਕਿਸ ਤਰ੍ਹਾਂ ਸ਼ੇਪ ਦਿੰਦੇ ਜੇ। ਅਤੇ ਇਹ ਸਵਾਲ ਨੇ ਜਿਹੜੇ ਅਗਲੇ ਚੰਦ ਦਿਨਾਂ 'ਚ ਸਾਡੇ ਸਾਹਮਣੇ ਇਹਨਾਂ ਦੇ ਜਵਾਬ ਵੀ ਹੋਣਗੇ। ਜਿਉਂਦੇ ਰਹੋ, ਵਸਦੇ ਰਹੋ।